Good morning, 8th class. My name is Mandeep Kaur, teacher of Guru Hargobind Public High School, Fatehgarh. This is part 6 video for your second chapter of civics. So continue with the chapter Federal Structure of Government. हाँ जी, Federal Structure of Government ਦੇ ਬਾਰੇ ਅੱਜ ਆਪਾਂ ਸਟੱਡੀ ਕਰਾਂਗੇ। Federal Structure ਕੀ ਹੁੰਦੀ ਹੈ ਬੇਟਾ? Federal ਜਿਹੜਾ word ਹੈ ਇਹਦਾ meaning ਕੀ ਹੁੰਦਾ ਹੈ? ਇਹਦਾ meaning ਹੁੰਦਾ ਹੈ ਮਤਲਬ ਕੋਈ ਵੀ body ਲੈ ਲਓ, ਠੀਕ ਹੈ ਜੀ। ਕਹਿੰਦੇ ਉਹ ਕੀ ਕਰਦੀ ਹੈ, ਯੂਨਿਟਾਂ ਦੇ ਵਿੱਚ ਡਿਵਾਈਡ ਕੀਤੀ ਹੁੰਦੀ ਆ, ਠੀਕ ਹੈ ਜੀ। ਮਤਲਬ ਅਲੱਗ-ਅਲੱਗ ਗਰੁੱਪਸ ਦੇ ਵਿੱਚ ਡਿਵਾਈਡ ਕੀਤੀ ਹੁੰਦੀ ਆ। ਕੀ ਕਰਦੇ ਆ ਬੇਟਾ, ਹਰ ਇੱਕ ਗਰੁੱਪ ਹੈ ਜਿਹੜਾ ਇੰਡੀਵਿਜੂਅਲ ਤੌਰ 'ਤੇ ਕੀ ਹੁੰਦਾ, ਡਿਫਰੈਂਟ ਹੁੰਦਾ, ਉਹਦੇ ਕੋਲ ਆਪਣੀਆਂ ਪਾਵਰਸ ਹੁੰਦੀਆਂ ਨੇ, ਬਟ ਸਾਰੇ ਗਰੁੱਪਸ ਮਿਲ ਕੇ ਕੀ ਬਣਾਉਂਦੇ ਆ, ਇੱਕ ਯੂਨਿਟੀ ਬਣਾ ਲੈਂਦੇ ਆ, ਇੱਕ ਲਾਰਜ ਗਰੁੱਪ ਬਣਾ ਲੈਂਦੇ ਆ, ਉਹਨੂੰ ਫੈਡਰਲ ਕਹਿੰਦੇ ਆ। ਕਹਿੰਦੇ ਦ ਇੰਡੀਅਨ ਕੌਂਸਟੀਟਿਊਸ਼ਨ ਪ੍ਰੋਵਾਈਡ ਫॉर ਅ ਫੈਡਰਲ ਸਟਰਕਚਰ ਆਫ ਗੌਰਮੈਂਟ। ਜਿਹੜਾ ਭਾਰਤ ਦਾ ਸੰਵਿਧਾਨ ਆ, ਠੀਕ ਹੈ ਜੀ, ਉਹਨੇ ਵੀ ਜਿਹੜੀ ਆਪਣੀ ਸਰਕਾਰ ਹੈ ਉਹਨੂੰ ਕਿੱਦਾਂ ਬਣਾਇਆ ਹੋਇਆ, ਉਹਦੀ ਸਟਰਕਚਰ ਕਿੱਦਾਂ ਬਣਾਈ ਹੋਈ ਹੈ, ਫੈਡਰਲ ਟਾਈਪ ਬਣਾਈ ਹੋਈ ਆ। ਦਿਸ ਮੀਨਸ ਦੈਟ ਇੰਡੀਆ ਇਜ਼ ਅ ਗੌਰਮੈਂਟ ਐਟ 3 ਲੈਵਲਸ। ਅਤੇ ਕਹਿੰਦੇ ਜਿਹੜੀ ਇਹਦਾ ਮਤਲਬ ਕੀ ਆ ਕਿ ਜਿਹੜਾ ਭਾਰਤ ਦੇ ਵਿੱਚ ਸਰਕਾਰ ਆ ਉਹ 3 ਲੈਵਲਾਂ 'ਤੇ ਆ। ਵਨ ਗੌਰਮੈਂਟ ਐਟ ਦਾ ਸੈਂਟਰਲ, ਮਤਲਬ ਇੱਕ ਕੀ ਆ ਸੈਂਟਰ ਦੇ ਵਿੱਚ ਆ, ਠੀਕ ਹੈ ਜੀ। ਅਨਦਰ ਐਟ ਦਾ ਰੀਜਨਲ ਔਰ ਸਟੇਟ ਲੈਵਲ। ਦੂਸਰੀ ਕਿਹੜੀ ਆ, ਜਿਹੜੀ ਖੇਤਰ ਦੇ ਵਿੱਚ ਹੁੰਦੀ ਆ, ਜਾਂ ਫਿਰ ਕਹਿ ਲਓ ਵੀ ਰਾਜ ਜਾਂ ਫਿਰ ਪ੍ਰਦੇਸ਼ ਦੇ ਵਿੱਚ ਹੁੰਦੀ ਆ, ਜਿਵੇਂ ਕਿ ਪੰਜਾਬ ਆ, ਹਰਿਆਣਾ ਹੋ ਗਿਆ, ਰਾਜਸਥਾਨ ਹੋ ਗਿਆ, ਇੱਦਾਂ ਬੇਟਾ। ਐਂਡ ਅਨਦਰ ਐਟ ਲੋਕਲ ਲੈਵਲ। ਲੋਕਲ ਲੈਵਲ 'ਤੇ ਕਿੱਦਾਂ, ਮਤਲਬ ਤੁਸੀਂ ਕਿਸੇ ਵਿਲੇਜ ਦੇ ਵਿੱਚ ਰਹਿੰਦੇ ਹੋ, ਸਿਟੀ 'ਚ ਰਹਿੰਦੇ ਹੋ, ਟਾਊਨ 'ਚ ਰਹਿੰਦੇ ਹੋ, ਜਿਹੜਾ ਵੀ ਉੱਥੇ ਦਾ ਮਤਲਬ ਕੀ ਹੁੰਦਾ, ਪੰਚਾਇਤੀ ਰਾਜ ਹੁੰਦਾ, ਜਿਵੇਂ ਸਰਪੰਚ ਹੋ ਗਿਆ। ਕਹਿੰਦੇ ਦਿਸ ਸੈਪਰੇਸ਼ਨ ਆਫ ਪਾਵਰ ਐਟ ਦੀ ਨੈਸ਼ਨਲ ਲੈਵਲ ਐਂਡ ਐਟ ਦਾ ਰੀਜਨਲ ਲੈਵਲ ਇਜ਼ ਨੋਨ ਐਜ਼ ਫੈਡਰਲ ਡਿਵੀਜ਼ਨ ਆਫ ਪਾਵਰ। ਤਾਂ ਇਹਨੂੰ ਹੀ ਕੀ ਕਹਿੰਦੇ ਆ, ਫੈਡਰਲ ਡਿਵੀਜ਼ਨ ਕਹਿੰਦੇ ਆ ਪਾਵਰ ਦੀ। ਕੀ ਪਾਵਰ ਹੈ ਜਿਹੜੀ ਉਹਨੂੰ ਕੀ ਕਰਤਾ, 3 ਗਰੁੱਪਾਂ ਦੇ ਵਿੱਚ ਡਿਵਾਈਡ ਕਰਤਾ। ਈਚ ਲੈਵਲ ਹੈਜ਼ ਬੀਨ ਅਸਾਈਨਡ ਸੈਪਰੇਟ ਏਰੀਆਜ਼ ਆਫ ਆਪਰੇਸ਼ਨ ਔਰ ਸਬਜੈਕਟ। ਕਹਿੰਦੇ ਹਰ ਇੱਕ ਲੈਵਲ ਨੂੰ, ਠੀਕ ਹੈ ਜੀ, ਹੁਣ ਉਹਦਾ ਏਰੀਆ ਕੀ ਹੈ ਬੇਟਾ, ਉਹਨੂੰ ਡਿਫਰੈਂਟ ਏਰੀਆਜ਼ ਦੇ ਤੇ ਉਹਨਾਂ ਨੂੰ ਡਿਵਾਈਡ ਕਰਤਾ, ਠੀਕ ਹੈ ਜੀ। ਉਹਨਾਂ ਨੂੰ ਅਲੱਗ ਆਪਰੇਸ਼ਨ ਦਿੱਤੇ, ਅਲੱਗ ਉਹਨਾਂ ਦੇ ਕੰਮ ਨੇ, ਅਲੱਗ ਉਹਨਾਂ ਦੇ ਸਬਜੈਕਟ ਨੇ। The union list consists of 100 subjects। ਜਿਹੜੀ ਯੂਨੀਅਨ ਲਿਸਟ ਆ, ਯੂਨੀਅਨ ਲਿਸਟ ਕੀ ਕਰਦੀ ਆ, ਉਹਦੇ ਵਿੱਚ 100 ਸਬਜੈਕਟ ਆਉਂਦੇ ਆ, ਠੀਕ ਹੈ ਜੀ। ਜਿਵੇਂ ਕਿਹੜੇ ਕਿਹੜੇ ਹੈਗੇ, ਜਿਵੇਂ ਡਿਫੈਂਸ ਹੋ ਗਿਆ, ਫੋਰਨ ਅਫੇਅਰਸ, ਮਤਲਬ ਕੀ ਕਰਦੇ ਆ ਡਿਫੈਂਸ ਦੇ ਵਿੱਚ ਕੀ ਆ ਗਿਆ, ਆਪਣੀ ਜਿਹੜੀ ਵੀ ਮਤਲਬ ਸੁਰੱਖਿਆ ਨੂੰ ਰਿਲੇਟਡ ਜਿਹੜੀ ਵੀ ਆਰਮੀ ਆਉਂਦੀ ਆ, ਠੀਕ ਹੈ ਜੀ, ਉਹ ਡਿਫੈਂਸ ਦੇ ਵਿੱਚ ਆਉਂਦੀ ਆ। ਫੋਰਨ ਅਫੇਅਰਸ ਦੇ ਵਿੱਚ ਬੇਟਾ ਕੀ ਆਉਂਦਾ, ਫੋਰਨ ਅਫੇਅਰਸ ਦੇ ਵਿੱਚ ਆਉਂਦਾ ਹੈ ਮਤਲਬ ਫੋਰਨ ਕੰਟਰੀਜ਼ ਦੇ ਨਾਲ ਆਪਾਂ ਨੇ ਰਿਲੇਸ਼ਨ ਜਿਹੜੇ ਵੀ ਬਣਾਉਣੇ ਆ, ਠੀਕ ਹੈ ਜੀ, ਜਾਂ ਇਨਪੋਰਟ ਐਕਸਪੋਰਟ ਆਪਾਂ ਕਰਦੇ ਹਾਂ, ਉਹ ਸਾਰਾ ਕੁਛ ਜਿਹੜੇ ਸਾਰੇ ਮੈਟਰਸ ਨੇ ਫੋਰਨ ਦੇ ਮੈਟਰਸ ਆ ਜਾਣਗੇ। ਐਂਡ ਫਾਈਨੈਂਸ, ਫਾਈਨੈਂਸ ਮਤਲਬ ਕਿ ਇਕੋਨਮੀ ਕਿੱਦਾਂ ਚਲਾਉਣੀ ਹੈ ਕੰਟਰੀ ਦੇ ਵਿੱਚ। ਸੈਕਿੰਡ ਇਜ਼ ਦਾ ਸਟੇਟ ਲਿਸਟ। ਸਟੇਟ ਲਿਸਟ ਦੇ ਵਿੱਚ ਕੀ ਹੁੰਦਾ, ਸਟੇਟ ਲਿਸਟ ਵਿੱਚ ਕੀ ਹੋਊਗਾ ਬੇਟਾ, ਜਿਵੇਂ ਪੰਜਾਬ ਦੀ ਗੌਰਮੈਂਟ ਆ, ਠੀਕ ਹੈ ਜੀ, ਜਿਵੇਂ ਮੁੱਖ ਮੰਤਰੀ ਆ ਜਾਂਦੇ ਆ, ਜਿਵੇਂ ਹਰਿਆਣੇ ਦੀ ਹੋ ਗਈ, ਰਾਜਸਥਾਨ ਦੀ ਹੋ ਗਈ, ਇਹਦੇ ਵਿੱਚ 61 ਸਬਜੈਕਟ ਆਉਂਦੇ ਆ, ਠੀਕ ਹੈ ਜੀ। ਇਹਨਾਂ ਦਾ ਵਰਕ ਕੀ ਹੁੰਦਾ, ਕਹਿੰਦੇ ਫੋਰ ਐਗਜ਼ਾਮਪਲ ਪੁਲਿਸ, ਹੈਲਥ, ਸੈਨੀਟੇਸ਼ਨ ਐਂਡ ਐਗਰੀਕਲਚਰ। ਇਹਨਾਂ ਨੇ ਸਾਰਾ ਕੁਛ ਦੇਖਣਾ ਹੁੰਦਾ ਹੈ, ਮਤਲਬ ਕਿ ਪੁਲਿਸ ਡਿਪਾਰਟਮੈਂਟ ਸਾਰਾ ਇਹਨਾਂ ਦੇ ਅੰਡਰ ਆਉਂਦਾ, ਠੀਕ ਹੈ ਜੀ। ਹੈਲਥ, ਜਿੰਨੀਆਂ ਵੀ ਹੈਲਥ ਫੈਸਿਲਿਟੀਜ਼ ਨੇ ਉਹ ਸਾਰੀਆਂ ਕੌਣ ਦੇਖਦਾ, ਸਟੇਟ ਮਨਿਸਟਰ ਦੇਖਦਾ, ਠੀਕ ਹੈ ਜੀ। ਸੈਨੀਟੇਸ਼ਨ ਮਤਲਬ ਸਫਾਈ ਦਾ ਪ੍ਰਬੰਧ ਹੈਗਾ ਨਹੀਂ ਹੈਗਾ, ਅਤੇ ਖੇਤੀਬਾੜੀ ਸਾਰਾ ਕੁਛ ਕਿਹਦੇ ਵੀ ਅੰਡਰ ਆਉਂਦਾ, ਸਟੇਟ ਲਿਸਟ ਦੇ ਅੰਡਰ ਆਉਂਦਾ। ਨੈਕਸਟ ਹੈ ਜੀ ਕੰਕੂਰੈਂਟ ਲਿਸਟ। ਇਹਦੇ ਵਿੱਚ ਕਿੰਨੇ ਸਬਜੈਕਟ ਹੈ ਬੇਟਾ, 52 ਸਬਜੈਕਟ ਨੇਗੇ। ਇਹਦੇ ਵਿੱਚ ਕੀ ਕੁਛ ਆ ਜਾਂਦਾ, ਜਿਵੇਂ ਐਜੂਕੇਸ਼ਨ ਹੋ ਗਈ, ਇਲੈਕਟ੍ਰੀਸਿਟੀ ਹੋ ਗਈ, ਲੇਬਰ ਵੈਲਫੇਅਰ ਹੋ ਗਈ, ਐਕਸੈਟਰਾ। ਐਜੂਕੇਸ਼ਨ ਮਤਲਬ ਵਿੱਦਿਆ, ਇਲੈਕਟ੍ਰੀਸਿਟੀ ਮਤਲਬ ਬਿਜਲੀ ਦੀਆਂ ਜਿਹੜੀਆਂ ਵੀ ਫੈਸਿਲਿਟੀਜ਼ ਨੇ, ਠੀਕ ਹੈ ਜੀ, ਮਜ਼ਦੂਰਾਂ ਦੀ ਭਲਾਈ ਦੇ ਕੰਮ, ਇਹ ਸਾਰਾ ਕੁਛ ਕਿਹਦੇ ਵਿੱਚ ਆਉਂਦਾ, ਕੰਕੂਰੈਂਟ ਲਿਸਟ ਦੇ ਵਿੱਚੋਂ ਆਉਂਦਾ। ਹਾਂਜੀ, ਜਿਹੜੀ ਵੀ ਸੈਂਟਰ ਦੀ ਸਰਕਾਰ ਹੈ ਬੇਟਾ, ਉਹਨੇ ਕੀ ਕੀਤਾ ਹੋਇਆ, ਜਿਹੜੀ ਫੈਡਰਲ ਗੌਰਮੈਂਟ ਹੈ ਉਹਨੂੰ, ਠੀਕ ਹੈ, 2 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ। ਫਸਟ ਇਜ਼ ਸੈਂਟਰਲ ਗੌਰਮੈਂਟ, ਜਿਹੜੀ ਕੀ ਕਰਦੀ ਆ, ਪੂਰੇ ਦੇਸ਼ ਨੂੰ ਚਲਾਉਂਦੀ ਹੈ, ਜਿਹੜੀ ਨੈਸ਼ਨਲ ਲੈਵਲ 'ਤੇ ਹੁੰਦੀ ਆ। ਸੈਕਿੰਡ ਹੈ ਜੀ ਸਟੇਟ ਗੌਰਮੈਂਟ। ਸਟੇਟ ਗੌਰਮੈਂਟ ਮਤਲਬ ਜਿਹੜੀ ਇੱਕ ਛੋਟੇ ਜਿਹੇ ਪ੍ਰਾਂਤ ਨੂੰ, ਛੋਟੇ ਜਿਹੇ ਹਿੱਸੇ ਨੂੰ ਚਲਾਉਂਦੀ ਆ। ਕਹਿੰਦੇ ਇਹਦੇ ਵਿੱਚ ਕੀ ਆ ਜਾਂਦਾ, ਇਹਦੇ ਵਿੱਚ ਯੂਨੀਅਨ ਲਿਸਟ ਆ ਜਾਂਦੀ ਹੈ ਜੀ। ਵਾਈਲ ਦਾ ਸਬਜੈਕਟ ਮੈਂਸ਼ਨ ਇਨ ਦਾ ਸਟੇਟ ਲਿਸਟ ਕਮ ਵਿਦਿਨ ਦਾ ਪ੍ਰੀਵਿਊ ਆਫ ਦੀ ਸਟੇਟ। ਕੀ ਕਹਿੰਦੇ ਆ, ਕਹਿੰਦੇ ਜਿਹੜੇ ਸਟੇਟ ਲਿਸਟ ਦੇ ਵਿੱਚ ਸਬਜੈਕਟ ਆਉਂਦੇ ਆ, ਠੀਕ ਹੈ ਜੀ, ਉਹਨਾਂ ਨੂੰ ਸਟੇਟ ਨੂੰ ਨਜ਼ਰ 'ਚ ਰੱਖਦੇ ਹੋਏ ਫਿਰ ਉਹਨਾਂ ਨੂੰ ਇਨਕਲੂਡ ਕੀਤਾ ਜਾਂਦਾ ਹੈ। ਬਟ ਜਿਹੜੀ ਕੰਕੂਰੈਂਟ ਲਿਸਟ ਆ
ਉਹ ਕਿੱਦਾਂ ਸਬਜੈਕਟ ਕੀਤੀ ਜਾਂਦੀ ਹੈ, ਉਹਦੇ ਵਿੱਚ ਸਬਜੈਕਟ ਕਿੱਦਾਂ ਰੱਖੇ ਜਾਂਦੇ ਆ, ਕਹਿੰਦੇ ਔਨ ਵਿਚ ਬੋਥ ਦਾ ਸਟੇਟ ਗਵਰਨਮੈਂਟ ਐਂਡ ਸੈਂਟਰਲ ਗਵਰਨਮੈਂਟ ਕੈਨ ਮੇਕ ਲਾਅ। ਤਾਂ ਜਿਹੜੀ ਸਟੇਟ ਗਵਰਨਮੈਂਟ ਹੈ ਉਹਦੇ ਵਿੱਚ ਤਾਂ ਸਿਰਫ ਜਿਹੜੀ ਸਟੇਟ ਦੀ ਮਤਲਬ ਗਵਰਨਮੈਂਟ ਹੋਊਗੀ, ਠੀਕ ਹੈ ਜੀ, ਸਟੇਟ ਲਿਸਟ ਦੇ ਵਿੱਚ ਤਾਂ ਸਿਰਫ ਉਹ ਲਾਅ ਬਣਾਊਗੀ, ਬਟ ਜਿਹੜੀ ਕੰਗੂਰੈਂਟ ਲਿਸਟ ਆ ਉਹਦੇ ਵਿੱਚ ਕੌਣ ਲਾਅ ਬਣਾਉਂਦਾ, ਉਹਦੇ ਵਿੱਚ ਸਟੇਟ ਗਵਰਨਮੈਂਟ ਵੀ ਬਣਾਉਂਦੀ ਆ, ਪਲੱਸ ਕੌਣ ਬਣਾਉਂਦਾ ਹੈ, ਸੈਂਟਰਲ ਗਵਰਨਮੈਂਟ। ਇਹ ਦੋਨੋਂ ਮਿਲ ਕੇ ਬਣਾਉਂਦੀਆਂ ਨੇ। ਨੈਕਸਟ ਇਜ਼ ਪਾਰਲੀਮੈਂਟ ਗਵਰਨਮੈਂਟ। ਪਾਰਲੀਮੈਂਟ ਗਵਰਨਮੈਂਟ ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਇਨ ਅ ਪਾਰਲੀਮੈਂਟ ਫਾਰਮ ਆਫ ਗਵਰਨਮੈਂਟ ਦੇਅਰ ਇਜ਼ ਅ ਨੋਮੀਨਲ ਹੈਡ ਆਫ ਸਟੇਟ। ਮਤਲਬ ਕਿ ਇੱਕ ਜਿਹੜੀ ਸਟੇਟ ਹੈ, ਇੱਕ ਜਿਹੜਾ ਪ੍ਰਾਂਤ ਹੈ, ਇੱਕ ਜਿਹੜਾ ਵੀ ਹਿੱਸਾ, ਜਿਹੜਾ ਪਾਰਟ ਹੈ, ਉਹਦਾ ਇੱਕ ਹੈੱਡ ਹੁੰਦਾ ਸਪੈਸ਼ਲ ਤੌਰ 'ਤੇ। ਦ ਨੋਮੀਨਲ ਹੈਡ ਮੇ ਵੀ ਹੈਰੀਡਿਟਰੀ। ਹਾਂਜੀ, ਜਿਹੜਾ ਨੋਮੀਨਲ ਜਿਹੜਾ ਹੈੱਡ ਹੁੰਦਾ ਜਾਂ ਤਾਂ ਫਿਰ ਉਹ ਕਹਿ ਲਓ ਵੀ ਹੈਰੀਡਿਟਰੀ ਹੁੰਦਾ, ਉਹ ਪਹਿਲਾਂ ਤੋਂ ਹੀ ਬਣਿਆ ਰਿਹਾ ਹੁੰਦਾ। ਜਿਵੇਂ ਮੰਨ ਲਓ ਪਹਿਲਾਂ ਕੋਈ ਰਾਜਾ ਮਹਾਰਾਜਾ ਹੋ ਗਿਆ, ਫਿਰ ਉਹਦਾ ਬੇਟਾ ਹੋਏਗਾ, ਠੀਕ ਹੈ ਜੀ, ਫਿਰ ਨੈਕਸਟ ਜਨਰੇਸ਼ਨ ਦੇ ਵਿੱਚ ਉਸ ਦਾ ਬੇਟਾ ਆ ਜਾਏਗਾ। ਐਜ਼ ਇਨ ਦਾ ਕੇਸ ਆਫ ਯੂਨਾਈਟਡ ਕਿੰਗਡਮ, ਜਿਵੇਂ ਕਿ ਯੂਕੇ ਦੇ ਵਿੱਚ ਕਹਿੰਦੇ ਹੁਣ ਹੋ ਰਿਹਾ, ਔਰ ਐਨ ਇਲੈਕਟਡ ਪ੍ਰੈਜ਼ੀਡੈਂਟ, ਜਾਂ ਫਿਰ ਕੀ ਹੋਊਗਾ, ਇਲੈਕਟਡ ਪ੍ਰੈਜ਼ੀਡੈਂਟ ਹੋਊਗਾ। ਇਲੈਕਟਡ ਪ੍ਰੈਜ਼ੀਡੈਂਟ ਕਿੱਦਾਂ ਹੁੰਦਾ ਬੇਟਾ, ਇਲੈਕਟਡ ਜਿਹਨੂੰ ਆਪਾਂ ਵੋਟਸ ਦੇ ਨਾਲ ਚੂਜ਼ ਕਰਦੇ ਹਾਂ, ਮਤਲਬ ਕੀ ਆ, ਇਹ ਵਿਰਾਸਤੀ ਨਹੀਂ ਹੁੰਦਾ। ਐਜ਼ ਇਨ ਕੇਸ ਆਫ ਇੰਡੀਆ, ਜਿਵੇਂ ਕਿ ਕਹਿੰਦੇ ਭਾਰਤ ਦੇ ਵਿੱਚ ਹੁਣ ਦ ਕੁਈਨ ਆਫ ਦਾ ਯੂਨਾਈਟਡ ਕਿੰਗਡਮ ਐਂਡ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਆਰ ਹੈਡਸ ਆਫ ਸਟੇਟ ਇਨ ਨੇਮ ਓਨਲੀ। ਕਹਿੰਦੇ ਜਿਹੜਾ ਮਤਲਬ ਕੁਈਨ ਹੈ, ਜਿਹੜੀ ਰਾਣੀ ਆ ਯੂਨਾਈਟਡ ਕਿੰਗਡਮ ਦੇ ਵਿੱਚ, ਅਤੇ ਭਾਰਤ ਦਾ ਜਿਹੜਾ ਵੀ ਪ੍ਰੈਜ਼ੀਡੈਂਟ ਹੈ, ਜਿਹੜਾ ਵੀ ਰਾਸ਼ਟਰਪਤੀ ਆ, ਠੀਕ ਹੈ ਜੀ, ਇਹ ਸਿਰਫ ਨੇਮ ਦੇ ਕੀ ਨੇਗੇ, ਨੇਮ ਦੇ ਹੈੱਡ ਨੇਗੇ ਸਟੇਟ ਦੇ। ਥੋ ਡਿਸੀਜ਼ਨਸ ਆਰ ਟੇਕਨ ਇਨ ਦੇਅਰ ਨੇਮ, ਸਿਰਫ ਡਿਸੀਜ਼ਨ ਹੈ ਜਿਹੜਾ ਇਹਨਾਂ ਦੇ ਨਾਮ 'ਤੇ ਲਿਆ ਜਾਂਦਾ ਹੈ, ਬਟ ਜਿਹੜੀ ਰੀਅਲ ਪਾਵਰ ਆ ਉਹ ਕਿੱਥੇ ਲਾਈ ਕਰਦੀ ਹੈ, ਕਿਹਦੇ ਹੱਥਾਂ ਦੇ ਵਿੱਚ ਆ ਜਿਹੜੀ ਰੀਅਲ ਪਾਵਰ ਹੈ ਬੇਟਾ। ਹਾਂਜੀ, ਜਿਹੜੀ ਵੀ ਰੀਅਲ ਪਾਵਰ ਹੈ ਉਹ ਕਿਹਦੇ ਹੈਂਡਸ ਦੇ ਵਿੱਚ ਹੁੰਦੀ ਆ, ਪ੍ਰਾਈਮ ਮਿਨਿਸਟਰ ਦੇ ਹੈਂਡ ਦੇ ਵਿੱਚ ਹੁੰਦੀ ਹੈ ਬੇਟਾ ਜੀ। ਐਂਡ ਹਿਜ਼ ਔਰ ਹਰ ਕਾਊਂਸਲ ਆਫ ਮਿਨਿਸਟਰ ਹੂ ਆਰ ਮੈਂਬਰਸ ਆਫ ਦਾ ਪਾਰਲੀਮੈਂਟ, ਜਾਂ ਫਿਰ ਕਿਹਦੇ ਕੋਲ ਹੁੰਦੀ ਆ, ਜਿਹੜੇ ਵੀ ਮਤਲਬ ਕੀ ਹੁੰਦੇ ਨੇ ਉਹਦੇ ਮਿਨਿਸਟਰਸ ਹੁੰਦੇ ਨੇ, ਕੁਈਨ ਦੇ ਮਿਨਿਸਟਰਸ ਲਾ ਲਓ, ਜਾਂ ਫਿਰ ਕਿਹਦੇ ਲਾ ਲਓ, ਪ੍ਰੈਜ਼ੀਡੈਂਟ ਦੇ ਲਾ ਲਓ ਇੰਡੀਆ ਦੇ, ਠੀਕ ਹੈ ਜੀ, ਉਹਨਾਂ ਦੇ ਜਿਹੜੇ ਵੀ ਮਿਨਿਸਟਰਸ ਹੁੰਦੇ ਨੇ, ਜਿਹੜੇ ਮੈਂਬਰ ਹੁੰਦੇ ਨੇ ਪਾਰਲੀਮੈਂਟ ਗਵਰਨਮੈਂਟ ਦੇ, ਉਹਨਾਂ ਦੇ ਹੱਥਾਂ ਦੇ ਵਿੱਚ ਹੁੰਦੀ ਹੈ। ਮਤਲਬ ਡਿਸੀਜ਼ਨ ਉਹ ਲੈਂਦੇ ਆ ਅਤੇ ਸੁਜੈਸ਼ਨ ਕਰਕੇ ਕਿਹਨੂੰ ਦੱਸ ਦਿੰਦੇ ਆ, ਜਿਹੜਾ ਵੀ ਪ੍ਰੈਜ਼ੀਡੈਂਟ ਹੁੰਦਾ, ਮੇਨ ਹੈੱਡ ਹੁੰਦਾ, ਉਹਨੂੰ ਦੱਸ ਦਿੰਦੇ ਆ। ਹੈਂਸ ਇੰਡੀਆ ਐਂਡ ਦਾ ਯੂਕੇ ਆਰ ਕਾਲਡ ਪਾਰਲੀਮੈਂਟਰੀ ਡੈਮੋਕ੍ਰੇਸੀਜ਼। ਇਸੇ ਕਰਕੇ ਇੰਡੀਆ ਅਤੇ ਯੂਕੇ ਨੂੰ ਕੀ ਕਿਹਾ, ਪਾਰਲੀਮੈਂਟ ਡੈਮੋਕ੍ਰੇਸੀਜ਼ ਕਿਹਾ। ਪਾਰਲੀਮੈਂਟ ਡੈਮੋਕ੍ਰੇਸੀਜ਼ ਕਿਉਂ, ਕਿਉਂਕਿ ਜਿਹੜੀ ਪਾਵਰ ਆ ਉਹ, ਠੀਕ ਹੈ, ਪਾਰਲੀਮੈਂਟ ਦੇ ਜਿਹੜੇ ਮੈਂਬਰਸ ਨੇਗੇ ਉਹਨਾਂ ਦੇ ਹੱਥ ਦੇ ਵਿੱਚ ਉਹ ਡਿਸੀਜ਼ਨ ਲੈ ਕੇ ਫਾਈਨਲ ਕਰਦੇ ਆ। ਕਹਿੰਦੇ ਇਨ ਪਾਰਲੀਮੈਂਟ ਡੈਮੋਕ੍ਰੇਸੀ ਦਾ 3 ਬ੍ਰਾਂਚਿਸ ਆਫ ਦਾ ਗਵਰਨਮੈਂਟ। ਹਾਂਜੀ, ਜਿਹੜੀ ਪਾਰਲੀਮੈਂਟ ਡੈਮੋਕ੍ਰੇਸੀ ਹੈ ਬੇਟਾ, ਉਹਦੀਆਂ 3 ਬ੍ਰਾਂਚਿਸ ਨੇਗੀਆਂ, ਉਹਨੂੰ ਤਿੰਨ ਜਿਹੜੇ ਪਾਰਟਸ ਨੇਗੇ ਉਹਨਾਂ ਦੇ ਵਿੱਚ ਕੀ ਕੀਤਾ ਹੋਇਆ, ਡਿਵਾਈਡ ਕੀਤਾ ਹੋਇਆ। ਚੈਪਟਰ ਦੀ ਸਟਾਰਟਿੰਗ ਦੇ ਵਿੱਚ ਵੀ ਆਪਾਂ ਇਹਨੂੰ ਸਟੱਡੀ ਕਰ ਚੁੱਕੇ ਹਾਂ। ਫਸਟ ਇਜ਼ ਦਾ ਲੈਜਿਸਲੇਚਰ। ਲੈਜਿਸਲੇਚਰ ਹੁੰਦਾ ਵਿਧਾਨ ਸਭਾ, ਠੀਕ ਹੈ ਜੀ। ਨੈਕਸਟ ਹੈ ਦਾ ਐਗਜ਼ੀਕਿਊਟਿਵ। ਐਗਜ਼ੀਕਿਊਟਿਵ ਹੁੰਦਾ ਬੇਟਾ ਜਿਹੜੀ ਵੀ ਕਾਰਜ ਕਰਨ ਵਾਲੀ ਸਰਕਾਰ ਆ, ਜਿਹੜੀ ਬਿੱਲ ਵਗੈਰਾ ਬਣਾਉਂਦੀ ਆ ਜਾਂ ਫਿਰ ਉਹਨਾਂ ਨੂੰ ਪਾਸ ਕਰਦੀ ਆ। ਐਂਡ ਦਾ ਯੂਡੀਸ਼ਰੀ। ਯੂਡੀਸ਼ਰੀ ਹੁੰਦਾ ਬੇਟਾ ਜਿਹੜਾ ਵੀ ਨਿਆਂਪਾਲਿਕਾ ਆਉਂਦੀ ਆ। ਕਹਿੰਦੇ ਆਰ ਇੰਡੀਪੈਂਡੈਂਟ ਆਫ ਈਚ ਅਦਰ। ਇਹ ਸਾਰੀਆਂ ਇੱਕ ਦੂਜੇ ਤੋਂ ਕੀ ਨੇਗੀਆਂ, ਇੰਡੀਪੈਂਡੈਂਟ ਨੇ, ਆਜ਼ਾਦ ਨੇ, ਮਤਲਬ ਕਿ ਆਪਣੇ ਫੈਸਲੇ ਅਲੱਗ-ਅਲੱਗ ਕਰਦੀਆਂ ਨੇ, ਇੱਕ ਦੂਜੇ ਦੇ ਉੱਪਰ ਕਿਸੇ ਦਾ ਕੋਈ ਪ੍ਰਭਾਵ ਨਹੀਂ ਹੈਗਾ। ਦਿਸ ਇਜ਼ ਅ ਕਲੀਅਰ ਕੱਟ ਸੈਪਰੇਸ਼ਨ ਆਫ ਪਾਵਰ। ਇਹ ਕੀ ਹੈ, ਕਲੀਅਰ ਕੱਟ ਸੈਪਰੇਸ਼ਨ ਹੈ ਪਾਵਰ ਦੀ, ਠੀਕ ਹੈ ਜੀ, ਕਿ ਪਾਵਰਾਂ ਕੱਟ ਕਰਤੀਆਂ, ਅਲੱਗ-ਅਲੱਗ ਪਾਰਟਸ 'ਚ ਡਿਵਾਈਡ ਕਰਤੀਆਂ। ਬਿਟਵੀਨ ਦੀ 3 ਬ੍ਰਾਂਚਿਸ ਆਫ ਦਾ ਗਵਰਨਮੈਂਟ ਦ ਐਗਜ਼ੀਕਿਊਟਿਵ ਇਜ਼ ਆਨਸਰੇਬਲ ਟੂ ਦੀ ਲੈਜਿਸਲੇਚਰ ਫॉर ਇਟਸ ਐਕਸ਼ਨ। ਕਹਿੰਦੇ ਜਿਹੜੀ ਵੀ ਕਾਰਜਕਾਰੀ ਸਰਕਾਰ ਆ, ਕੋਈ ਵੀ ਕੰਮਕਾਰ ਕਰਦੀ ਆ, ਉਹ ਸਿਰਫ ਕਿਹਨੂੰ ਆਨਸਰ ਕਰਦੀ ਆ, ਵਿਧਾਨ ਸਭਾ ਨੂੰ ਆਨਸਰ ਕਰਦੀ ਆ ਆਪਣੇ ਕੰਮਾਂ ਦੇ ਲਈ, ਠੀਕ ਹੈ ਜੀ। ਬੋਥ ਦ ਐਗਜ਼ੀਕਿਊਟਿਵ ਐਂਡ ਲੈਜਿਸਲੇਚਰ ਆਰ ਇਨ ਟਰਨ ਆਨਸਰੇਬਲ ਟੂ ਯੂਡੀਸ਼ਰੀ। ਬਟ ਦੋਨੋਂ ਕੀ ਕਰਦੀਆਂ ਨੇ, ਜਿਹੜੀ ਵੀ ਐਗਜ਼ੀਕਿਊਟਿਵ ਸਰਕਾਰ ਆ, ਕਾਰਜਕਾਰੀ ਸਰਕਾਰ ਆ, ਜਾਂ ਫਿਰ ਵਿਧਾਨ ਸਭਾ, ਠੀਕ ਹੈ ਜੀ, ਦੋਨੋਂ ਮਿਲ ਕੇ ਕਿਹਨੂੰ ਮਤਲਬ ਆਨਸਰੇਬਲ ਹੁੰਦੀਆਂ ਨੇ, ਯੂਡੀਸ਼ਰੀ ਨੂੰ, ਅਗਰ ਕੋਈ ਵੀ ਮੈਟਰ ਆ ਜਾਂਦਾ ਤਾਂ।